हाँ जी, सत श्री अकाल साਰਿਆਂ ਨੂੰ। मैं हाँ अरुण तनेजा। अज आप कंटिन्यू करांगे अपनी सीरीज़ जी चल रही है मोस्ट इंपोर्टेंट जीएस क्वेश्चन फॉर PCS 2020। ਤੁਹਾਡਾ ਸਾਰਿਆਂ ਦਾ CBC ਅਕੈਡਮੀ ਤੇ ਸਵਾਗਤ ਹੈ। ਜੇ ਤੁਹਾਨੂੰ ਇਹ ਸਾਡੀ ਜਿਹੜੀ ਸੀਰੀਜ਼ ਹੈ ਉਹ ਪਸੰਦ ਆ ਰਹੀ ਹੈ ਤਾਂ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਆਪਾਂ ਟੌਪਿਕ ਸਟਾਰਟ ਕਰਦੇ ਹਾਂ ਅੱਜ ਦਾ। ਹਾਂਜੀ, ਆਪਣਾ ਪਹਿਲਾ ਕੁਐਸਚਨ ਹੈ ਦ ਲਾਰਜੈਸਟ ਕੋਰਲ ਰੀਫ ਇਨ ਦ ਵਰਲਡ ਇਜ਼ ਫਾਊਂਡ ਨੀਅਰ ਦ ਕੋਸਟ ਆਫ ਵਿਚ ਵਨ ਆਫ ਦ ਫੋਲੋਇੰਗ ਕੰਟਰੀਜ਼। ਜਿਹੜੀ ਲਾਰਜੈਸਟ ਕੋਰਲ ਰੀਫ ਹੈ ਉਹ ਕਿਹੜੀ ਕੰਟਰੀ ਦੇ ਵਿੱਚ ਪਾਈ ਜਾਂਦੀ ਹੈ, ਇਹੀ ਕੁਐਸਚਨ ਪੁੱਛਿਆ ਗਿਆ ਹੈ। ਇਹੀ ਜਿਹੜਾ ਇਨਵਾਇਰਨਮੈਂਟ ਦਾ ਕੁਐਸਚਨ ਹੈ, ਇਹੀ ਕੁਐਸਚਨ ਜਿਹੜਾ ਆਪਣਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ ਸੀ 2018 ਵਿੱਚ, ਉਹਦੇ ਵਿੱਚ ਪੁੱਛਿਆ ਗਿਆ ਸੀ। ਸੇਮ ਟੂ ਸੇਮ ਕੁਐਸਚਨ ਪੁੱਛਿਆ ਗਿਆ ਸੀਗਾ ਵੀ ਜਿਹੜੀ ਲਾਰਜੈਸਟ ਕੋਰਲ ਰੀਫ ਹੈ ਆਪਣੇ ਵਰਲਡ ਦੀ, ਪੂਰੇ ਵਰਲਡ ਦੀ, ਉਹ ਕਿਹੜੀ ਕੰਟਰੀ ਦੇ ਵਿੱਚ ਪਾਈ ਜਾਂਦੀ ਹੈ। ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ। ਪਹਿਲਾ ਆਪਸ਼ਨ ਹੈ ਆਸਟ੍ਰੇਲੀਆ, ਸੈਕਿੰਡ ਹੈ ਕਿਊਬਾ, ਫਿਰ ਘਨਾ, ਡੀ ਆਪਸ਼ਨ ਹੈ ਫਿਲੀਪੀਨਸ। ਜਿਹੜੀ ਸਭ ਤੋਂ ਵੱਡੀ ਕੋਰਲ ਰੀਫ ਪਾਈ ਜਾਂਦੀ ਹੈ ਉਹ ਪਾਈ ਜਾਂਦੀ ਹੈ ਆਸਟ੍ਰੇਲੀਆ ਦੀ ਕੰਟਰੀ ਦੇ ਵਿੱਚ, ਜਾਂ ਕਹਿ ਸਕਦੇ ਹਾਂ ਆਸਟ੍ਰੇਲੀਆ ਵਿੱਚ ਪਾਈ ਜਾਂਦੀ ਹੈ। ਜਿਹੜੀ ਸਭ ਤੋਂ ਵੱਡੀ ਰੀਫ ਦਾ ਨਾਮ ਕੀ ਹੈ, ਕੋਰਲ ਰੀਫ ਦਾ ਨਾਮ ਕੀ ਹੈ? ਉਹਦਾ ਨਾਮ ਹੈ ਦ ਗ੍ਰੇਟ ਬੈਰੀਅਰ ਰੀਫ। ਹਾਂਜੀ, ਇਹਨੂੰ ਕਾਪੀ ਪੈਨ ਨਾਲ ਲਿਖ ਲਓ ਜਾਂ ਦਾ ਸਕਰੀਨਸ਼ਾਟ ਲੈ ਲਿਓ। ਤੁਸੀਂ ਲਿਖ ਵੀ ਸਕਦੇ ਹੋ। ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹਾਂਗਾ ਜਦੋਂ ਵੀ ਤੁਸੀਂ ਲੈਕਚਰ ਸੁਣ ਰਹੇ ਹੋ ਤਾਂ ਇੱਕ ਕਾਪੀ ਪੈਨ ਆਪਦੇ ਕੋਲ ਰੱਖੋ ਤੇ ਸਾਰੀਆਂ ਚੀਜ਼ਾਂ ਨੂੰ ਨੋਟ ਡਾਊਨ ਕਰੋ। ਮੈਂ ਹਰ ਲੈਕਚਰ 'ਚ ਇਹ ਚੀਜ਼ ਰਿਪੀਟ ਕਰਦਾ ਕਿ ਤੁਸੀਂ ਕਾਪੀ ਪੈਨ ਤੁਹਾਡੇ ਕੋਲ ਹੋਣਾ ਚਾਹੀਦਾ। ਤੋ ਸਭ ਤੋਂ ਵੱਡੀ ਜਿਹੜੀ ਰੀਫ ਹੈ, ਕੋਰਲ ਰੀਫ, ਉਹ ਕਿਹੜੇ ਦੇਸ਼ ਦੇ ਵਿੱਚ ਹੈ? ਆਸਟ੍ਰੇਲੀਆ ਦੇ ਵਿੱਚ। ਉਹਦਾ ਨਾਮ ਕੀ ਹੈ? ਦ ਗ੍ਰੇਟ ਬੈਰੀਅਰ ਰੀਫ। ਜਿਹੜਾ ਕੋਆਪਰੇਟਿਵ ਇੰਸਪੈਕਟਰ ਦੇ ਵਿੱਚ ਕੁਐਸਚਨ ਆਇਆ ਸੀਗਾ ਉਹ ਐਵੇਂ ਪੁੱਛਿਆ ਗਿਆ ਸੀਗਾ ਵੀ ਜਿਹੜੀ ਗ੍ਰੇਟ ਬੈਰੀਅਰ ਰੀਫ ਹੈ ਉਹ ਕਿਹੜੀ ਕੰਟਰੀ ਦੇ ਵਿੱਚ ਹੈ, ਤਾਂ ਉਹਦਾ ਆਨਸਰ ਆ ਜਾਣਾ ਸੀ ਆਸਟ੍ਰੇਲੀਆ ਦੇ ਵਿੱਚ ਹੈ। ਇਹ ਅੱਜ ਕੱਲ੍ਹ ਵੀ ਇਹ ਡਿਪਲੀਟ ਹੋ ਰਹੀ ਹੈ, ਇਸ ਕਰਕੇ ਬਹੁਤ ਹੀ ਜ਼ਿਆਦਾ ਨਿਊਜ਼ ਦੇ ਵਿੱਚ ਸੀਗੀ, ਤਾਂ ਅੱਗੇ PPSC ਇਸ ਨੂੰ ਦੁਬਾਰਾ ਵੀ ਰਿਪੀਟ ਕਰ ਸਕਦਾ, ਇਸ ਲਈ ਆਪਾਂ ਇਹ ਕੁਐਸਚਨ ਕੀਤਾ ਸੀਗਾ। ਹੁਣ ਤੁਹਾਨੂੰ ਕੋਰਲ ਰੀਫ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਣਾ ਚਾਹੂੰਗਾ। ਜਿਵੇਂ ਆਪਣਾ ਮੋਟਿਵ ਹੈ ਸਿਰਫ ਉਸੇ ਕੁਐਸਚਨ ਨੂੰ ਨਹੀਂ ਟੈਕਲ ਕੀਤਾ ਜਾਵੇਗਾ, ਉਸ ਦੇ ਨਾਲ ਜਿਹੜੀ ਜੁੜਦੀ ਐਕਸਪਲੇਨੇਸ਼ਨ ਹੈ ਉਹਨੂੰ ਵੀ ਬਰਾਬਰ ਹੀ ਟੈਕਲ ਕੀਤਾ ਜਾਵੇਗਾ। ਜਿਵੇਂ ਆਪਾਂ ਪੜ੍ਹਦੇ ਹਾਂ ਜਿਹੜੀ ਕੋਰਲ ਰੀਫ ਹੈ ਆਪਣੀ, ਉਹ ਦੋ ਚੀਜ਼ਾਂ ਦਾ ਸਿੰਬੋਟਿਕ ਰਿਲੇਸ਼ਨਸ਼ਿਪ ਹੈ, ਇੱਕ ਐਲਗੀ ਦਾ, ਇੱਕ ਕੋਰਲ ਦਾ। ਕੋਰਲ ਰੀਫ ਕਿਹਦਾ ਸਿੰਬੋਟਿਕ ਰਿਲੇਸ਼ਨਸ਼ਿਪ ਹੈ? ਇੱਕ ਕੋਰਲ ਦਾ, ਇੱਕ ਐਲਗੀ ਦਾ। ਕਿਹੜੀ ਐਲਗੀ ਦਾ? ਜੂ ਐਕਸਥਿਲ ਐਲਗੀ ਦਾ। ਲਿਖ ਲਓ ਜੀ। ਕੋਰਲ ਦੋ ਚੀਜ਼ਾਂ ਦਾ ਇੱਕ ਸਿੰਬੋਟਿਕ ਰਿਲੇਸ਼ਨਸ਼ਿਪ ਹੈ। ਸਿੰਬੋਟਿਕ ਦਾ ਮਤਲਬ ਉਹ ਇਹ ਹੁੰਦਾ ਹੈ ਵੀ ਇੱਕ ਦੂਜੇ ਤੋਂ ਉਹਨਾਂ ਨੂੰ ਫਾਇਦਾ ਮਿਲਦਾ, ਮਿਊਚੁਅਲ ਬੈਨੀਫੀਸ਼ੀਅਲ ਰਿਲੇਸ਼ਨਸ਼ਿਪ। ਹਾਂਜੀ, ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਵੀ ਜਿਹੜਾ ਕੋਰਲ ਰੀਫ ਹੈ ਉਹ ਸਿੰਬੋਟਿਕ ਰਿਲੇਸ਼ਨਸ਼ਿਪ ਹੈ ਐਲਗੀ ਤੇ ਕੋਰਲ ਦਾ। ਐਲਗੀ ਪ੍ਰੋਵਾਈਡ ਕੀ ਕਰਦੀ ਹੈ? ਕੋਰਲ ਨੂੰ ਐਲਗੀ ਪ੍ਰੋਵਾਈਡ ਕਰਦੀ ਹੈ ਫੂਡ ਥਰੂ ਦਾ ਫੋਟੋਸਿੰਥੇਸਿਸ। ਤੁਹਾਨੂੰ ਸਮਝ ਆ ਗਿਆ ਹੋਊਗਾ, ਜਿਹੜੀ ਐਲਗੀ ਪ੍ਰੋਵਾਈਡ ਕਰਦੀ ਹੈ ਫੂਡ ਕੋਰਲ ਨੂੰ, ਤੇ ਕੋਰਲ ਪ੍ਰੋਵਾਈਡ ਕਰਦੀ ਹੈ ਐਲਗੀ ਨੂੰ ਇੱਕ ਰਹਿਣ ਦੀ ਜਗ੍ਹਾ ਪ੍ਰੋਵਾਈਡ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਹਾਂਜੀ, ਜਿਹੜੀ ਆਪਣੇ ਹੁਣ ਇੰਡੀਆ ਦੇ ਵਿੱਚ ਜਿਹੜੀ ਕੋਰਲ ਰੀਫ ਉਹ ਕਿੱਥੇ ਕਿੱਥੇ ਪਾਈ ਜਾਂਦੀ ਹੈ? ਅੰਡਾਮਾਨ ਐਂਡ ਨਿਕੋਬਾਰ ਦੇ ਵਿੱਚ ਪਾਈ ਜਾਂਦੀ ਹੈ, ਗਲਫ ਆਫ ਮੈਨਾਰ 'ਤੇ ਪਾਈ ਜਾਂਦੀ ਹੈ, ਗਲਫ ਆਫ ਖੰਬਤ 'ਤੇ ਪਾਈ ਜਾਂਦੀ ਹੈ, ਮਹਾਰਾਸ਼ਟਰ 'ਚ ਪਾਈ ਜਾਂਦੀ ਹੈ, ਜਿੰਨੇ ਵੀ ਆਪਣੇ ਕੋਸਟਲ ਏਰੀਆ ਸਾਰੇ ਕਿਤੇ ਪਾਈ ਜਾਂਦੀ ਹੈ। ਪਰ ਜਿਹੜਾ ਆਪਣਾ ਸੁੰਦਰਬਨ ਡੈਲਟਾ ਹੈ ਉੱਥੇ ਕੋਰਲ ਰੀਫ ਨਹੀਂ ਪਾਈ ਜਾਂਦੀ। ਕੱਲ੍ਹ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਸੁੰਦਰਬਨ ਡੈਲਟਾ 'ਤੇ ਕੋਰਲ ਰੀਫ ਕਿਉਂ ਨਹੀਂ ਪਾਈ ਜਾਂਦੀ, ਤਾਂ ਉਹਦਾ ਆਨਸਰ ਇਹ ਹੋ ਜਾਊਗਾ ਵੀ ਜਿਹੜਾ ਸੁੰਦਰਬਨ ਡੈਲਟਾ ਉਹ ਸਵੈਂਪਸ ਹੈ, ਜਾਂ ਕਹਿ ਸਕਦੇ ਹਾਂ ਮਡੀ ਏਰੀਆ ਹੈ, ਇਸ ਲਈ ਉੱਥੇ ਕੋਰਲ ਰੀਫ ਨਹੀਂ ਪਾਈ ਜਾਂਦੀ। ਕੋਰਲ ਰੀਫ ਹਮੇਸ਼ਾ ਉਸੇ ਥਾਂ 'ਤੇ ਪਾਈ ਜਾਊਗੀ ਜਿੱਥੇ ਕਲੀਅਰ ਵਾਟਰ ਹੋਊਗਾ, 25 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ, ਤੇ ਸੋਲਟੀ ਵਾਟਰ ਹੋਊਗਾ, ਸਲਾਈਨ ਵਾਟਰ ਹੋਊਗਾ। ਇਹ ਤਿੰਨ ਕੰਡੀਸ਼ਨਸ ਹੈ, ਜਾਂ ਕਹਿ ਸਕਦੇ ਪ੍ਰੀ ਕੰਡੀਸ਼ਨ ਹੈ ਕੋਰਲ ਰੀਫ ਦੀ ਜੰਮਣ ਵਾਸਤੇ। ਇਹ ਸਾਰੇ ਜਿਹੜੇ ਤੁਹਾਨੂੰ ਮੈਂ ਚੀਜ਼ਾਂ ਦੱਸ ਰਿਹਾ ਇਹ UPSC ਨੇ ਕਿਤੇ ਨਾ ਕਿਤੇ ਪੁੱਛੀਆਂ ਹੋਈਆਂ। UPSC ਦਾ ਜਿਹੜਾ ਕੁਐਸਚਨ ਆਇਆ ਸੀਗਾ ਐਵੇਂ ਆਇਆ ਸੀਗਾ ਵੀ ਉਹਨਾਂ ਨੇ ਚਾਰ ਚੀਜ਼ਾਂ ਦੇਤੀਆਂ ਸੀਗੀਆਂ, ਉੱਥੇ ਪੁੱਛਿਆ ਗਿਆ ਸੀਗਾ ਕਿਹੜੀ ਥਾਂ 'ਤੇ ਕੋਰਲ ਰੀਫ ਨਹੀਂ ਪਾਇਆ ਜਾਂਦਾ, ਤਾਂ ਉਹਦੇ ਵਿੱਚ ਆਪਸ਼ਨ ਸੀਗਾ ਸੁੰਦਰਬਨ ਡੈਲਟਾ, ਤਾਂ ਸੁੰਦਰਬਨ ਡੈਲਟਾ 'ਤੇ ਕੋਰਲ ਰੀਫ ਨਹੀਂ ਪਾਇਆ ਜਾਂਦਾ। ਅਜਿਹਾ ਹੀ ਕੁਐਸਚਨ ਬਿਹਾਰ PCS ਨੇ ਵੀ ਪੁੱਛਿਆ ਸੀ ਵੀ ਕੋਰਲ ਰੀਫ ਕਿੱਥੇ ਕਿੱਥੇ ਪਾਇਆ ਜਾਂਦਾ। ਤੇ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਰੱਖਣੀਆਂ ਵੀ ਜਿੱਥੇ ਫਰੈਸ਼ ਵਾਟਰ ਆ ਜੇ, ਸਲਾਈਨ ਵਾਟਰ ਆ ਜੇ, ਜਾਂ 25 ਡਿਗਰੀ ਤੋਂ ਟੈਂਪਰੇਚਰ ਵੱਧ ਆ ਜੇ, ਉੱਥੇ ਕੋਰਲ ਰੀਫ ਪਾਈ ਜਾਊਗੀ। ਤੇ ਇੱਥੋਂ ਦੀ ਜਿਹੜੀ ਇਹ ਕੰਡੀਸ਼ਨਸ ਹੈ ਤੁਸੀਂ ਸਾਰੀਆਂ ਯਾਦ ਰੱਖਣੀਆਂ। ਕਈ ਵਾਰੀ UPSC ਨੇ ਕੁਐਸਚਨ ਪੁੱਛਿਆ ਵੀ ਹੋਇਆ ਤੇ PPSC ਨੇ ਵੀ ਇਸ 'ਤੇ ਕੁਐਸਚਨ ਪੁੱਛਿਆ ਹੋਇਆ ਕੋਰਲ ਰੀਫ ਬਾਰੇ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਜੋਗ੍ਰਾਫੀ ਦਾ ਕੁਐਸਚਨ ਹੈ ਜੀ। ਵਿਚ ਵਨ ਆਫ ਦ ਫੋਲੋਇੰਗ ਰਿਫਲੈਕਟਸ ਬੈਕ ਮੋਰ ਸਨਲਾਈਟ ਐਜ਼ ਕੰਪੇਅਰ ਟੂ ਦ ਅਦਰ 3। ਹਾਂਜੀ, ਇਹ ਕੰਸੈਪਟ ਆ ਗਿਆ ਐਲਬੇਡੋ ਦਾ ਕੰਸੈਪਟ, ਵੀ ਕਿਹੜੀ ਇਹਨਾਂ ਚਾਰਾਂ ਚੀਜ਼ਾਂ 'ਚੋਂ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਸਨਲਾਈਟ ਨੂੰ ਰਿਫਲੈਕਟ ਕਰਦੀ ਆ। ਜਿਹਨੂੰ ਰਿਫਲੈਕਟ ਕਰਨਾ ਕਹਿੰਦੇ ਆ ਇਹਨੂੰ ਐਲਬੇਡੋ ਹੀ ਕਹਿੰਦੇ ਆ। ਐਲਬੇਡੋ ਕਿਹਨੂੰ ਕਹਿੰਦੇ ਆ? ਜਦੋਂ ਸਨਲਾਈਟ ਰਿਫਲੈਕਟ ਹੁੰਦੀ ਹੈ ਅਰਥ ਤੋਂ ਵਾਪਸ ਜਾਂਦੀ ਹੈ ਤਾਂ ਉਹਨੂੰ ਕਹਿੰਦੇ ਨੇ ਐਲਬੇਡੋ ਇੰਪੈਕਟ। ਸੋ ਸਭ ਤੋਂ ਜ਼ਿਆਦਾ ਹਾਇਰ ਐਲਬੇਡੋ ਕਿਹਦਾ ਹੈ? ਕੱਲ੍ਹ ਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਰਿਫਲੈਕਟ ਦੀ ਜਗ੍ਹਾ 'ਤੇ ਐਲਬੇਡੋ ਵਰਡ ਵੀ ਆ ਸਕਦਾ ਹੈ। ਤਾਂ ਸਭ ਤੋਂ ਜ਼ਿਆਦਾ ਰਿਫਲੈਕਟ ਕਿਹੜੀ ਚੀਜ਼ ਕਰੂਗੀ ਲਾਈਟ ਨੂੰ? ਸੋ ਪੜ੍ਹਦੇ ਹਾਂ। ਸੈਂਡ ਡੈਜ਼ਰਟ, ਪੈਡੀ ਕ੍ਰੌਪਲੈਂਡ, ਲੈਂਡ ਕਵਰ ਵਿਦ ਦ ਫੋਰੈਸਟ ਸਨੋ ਐਂਡ ਦ ਪ੍ਰੇਰੀ ਲੈਂਡ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਹੈ ਵੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ
ਲਾਈਟ ਨੂੰ ਰਿਫਲੈਕਟ ਕਰੂਗੀ। ਸੋ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਲਾਈਟ ਨੂੰ ਸਨਲਾਈਟ ਨੂੰ ਰਿਫਲੈਕਟ ਕਰੂਗੀ ਉਹ ਸੀਗੀ ਲੈਂਡ ਕਵਰਡ ਵਿਦ ਦ ਫਰੈਸ਼ ਸਨੋ। ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਰਿਫਲੈਕਟ ਕਰੂਗੀ ਸਨਲਾਈਟ ਨੂੰ, ਤਾਂ ਉਹਦਾ ਆਨਸਰ ਆ ਜਾਊਗਾ ਲੈਂਡ ਕਵਰਡ ਵਿਦ ਦ ਫਰੈਸ਼ ਸਨੋ। ਹਾਂਜੀ, ਥੱਲੇ ਆਪਾਂ ਉਹ ਵੀ ਦਿੱਤਾ ਹੋਇਆ ਇਹਦੇ ਵਿੱਚ ਐਕਸਪਲੇਨੇਸ਼ਨ ਦੇ ਵਿੱਚ, ਜਿਹੜਾ ਸੈਂਡ ਡੈਜ਼ਰਟ ਹੈ ਉਹ ਆਪਣੀ 20.30% ਹੀ ਵਾਪਸ ਲਾਈਟ ਰਿਫਲੈਕਟ ਕਰ ਲੈਂਦਾ ਹੈ, ਬਾਕੀ ਸਾਰੀ ਅਬਜ਼ੌਰਬ ਕਰ ਲੈਂਦਾ ਹੈ। ਉਸ ਤੋਂ ਬਾਅਦ ਜਿਹੜੇ ਪ੍ਰੇਰੇ ਗ੍ਰਾਸਲੈਂਡ ਹੈ ਉਹ 125%, ਲੈਂਡ ਕਵਰਡ ਵਿਦ ਦਾ 25%, ਜਿਹੜੀ ਗ੍ਰਾਸਲੈਂਡ ਹੈ ਪ੍ਰੇਰੇ ਗ੍ਰਾਸਲੈਂਡ ਉਹ ਸਿਰਫ 25% ਹੀ ਰਿਫਲੈਕਟ ਕਰਦੇ ਆ ਬੈਕ, ਬਾਕੀ ਸਾਰੀ ਅਬਜ਼ੌਰਬ ਕਰ ਲੈਂਦੇ ਆ 75%। ਜਿਹੜੀ ਲੈਂਡ ਕਵਰਡ ਵਿਦ ਦਾ ਸਨੋ ਹੈ, ਜਿਹੜੀ ਸਨੋ ਹੈ ਉਹ 85% ਆਪਣੀ ਜਿਹੜੀ ਲਾਈਟ ਹੈ ਉਹ ਡਿਫਲੈਕਟ ਕਰ ਜਾਂਦੀ ਹੈ ਜਾਂ ਰਿਫਲੈਕਟ ਕਰ ਜਾਂਦੀ ਹੈ ਤੇ ਸਿਰਫ 15% ਹੀ ਅਬਜ਼ੌਰਬ ਕਰਦੀ ਹੈ। ਜਿਹੜੇ ਪੈਡੀ ਕ੍ਰੌਪ ਲੈਂਡ ਹੈ ਜਾਂ ਕਹਿ ਸਕਦੇ ਆਪਣੇ ਝੋਨੇ ਦੇ ਖੇਤ, ਉਹ ਸਿਰਫ 20 ਤੋਂ 25% ਹੀ ਰਿਫਲੈਕਟ ਕਰਦੇ ਆ, ਬਾਕੀ ਸਾਰੇ ਅਬਜ਼ੌਰਬ ਕਰ ਲੈਂਦੇ ਆ 75%। तो सब तो ज़्यादा अल्बेडो हाई अल्बेडो किहदा होगा, सब तो हाई अल्बेडो होगा लैंड कवर्ड विद द फ्रैश स्नो। हुण तुहानूं प्रॉपर अल्बेडो का कंसैप्ट समझ आ गया। कई बार सीधा ही पूछ लेंदे अल्बेडो हुंदा की चीज़ है। अल्बेडो उस चीज़ नूं कहा जाता है जदों सनलाइट है रिफ्लैक्ट कितनी हुंदी है, सो अमाउंट ऑफ सनलाइट रिफ्लैक्ट, तो उन्होंने कहा जाता है अल्बेडो इफैक्ट। सो सारिया गल्लां आपां ध्यान दे विच रखनियां, सारिया गल्लां जिन्नियां भी तुहानूं दस रहा किते ना किते एग्जाम दे विच पुछियां होईयां जां पुछियां जा सकदियां। सो अगे पढ़दे हां आपां। सो विच पार्टी वाज फाउंडेड बाय द सुभाष चंद्र बोस इन ईयर 1939 आफ्टर ही ब्रोक अवे फ्रॉम द कांग्रेस। ਕਿਹੜੀ ਪਾਰਟੀ ਸੁਭਾਸ਼ ਚੰਦਰ ਬੋਸ ਜੀ ਨੇ ਫਾਰਮ ਕੀਤੀ ਸੀਗੀ ਜਦੋਂ ਕਾਂਗਰਸ ਤੋਂ ਅੱਡ ਹੋ ਗਈ ਸੀ 1939 ਤੋਂ ਬਾਅਦ। 1939 ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿਹੜਾ ਸੈਸ਼ਨ ਹੋਇਆ ਸੀਗਾ ਕਾਂਗਰਸ ਦਾ, ਤੁਸੀਂ ਉਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿਹੜਾ ਸੈਸ਼ਨ ਹੋਇਆ ਸੀਗਾ, ਤੁਹਾਨੂੰ ਰਿਪਲਾਈ ਜ਼ਰੂਰ ਦਿੱਤੇ ਜਾਣਗੇ। ਤੇ ਉਹ ਸੈਸ਼ਨ ਦੇ ਸੁਭਾਸ਼ ਚੰਦਰ ਬੋਸ ਹੈਡ ਸੀਗੇ, ਪਰ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਆਪ ਹੀ ਰੈਜ਼ਿਗਨੇਸ਼ਨ ਦੇਤਾ ਸੀਗਾ ਤੇ ਬਾਅਦ ਚ ਕਿਹਨੂੰ ਹੈਡ ਬਣਾਇਆ ਸੀਗਾ, ਸੀਤਾਰਾਮ ਬੋਸ ਨੂੰ। ਸੋ ਆਪਾਂ ਕੁਐਸਚਨ ਤੇ ਵਾਪਸ ਆਉਂਦੇ ਆ ਵੀ ਸੁਭਾਸ਼ ਚੰਦਰ ਬੋਸ ਨੇ 1939 ਦੇ ਸੈਸ਼ਨ ਤੋਂ ਬਾਅਦ ਕਿਹੜੀ ਪਾਰਟੀ ਫਾਰਮ ਕੀਤੀ ਸੀਗੀ। ਤਾਂ ਆਪਣੇ ਕੋਲ ਚਾਰ ਆਪਸ਼ਨਸ ਹੈ, ਇੰਡੀਅਨ ਫਰੀडम ਪਾਰਟੀ, ਰੈਵੋਲੂਸ਼ਨਰੀ ਫਰੰਟ, ਆਜ਼ਾਦ ਹਿੰਦ ਫੌਜ, ਡੀ ਆਪਸ਼ਨ ਹੈ ਫਾਰਵਰਡ ਬਲੌਕ। ਸੋ ਸੁਭਾਸ਼ ਚੰਦਰ ਬੋਸ ਨੇ ਪਾਰਟੀ ਫਾਰਮ ਕੀਤੀ ਸੀ, ਉਹਦਾ ਨਾਮ ਸੀਗਾ ਫਾਰਵਰਡ ਬਲੌਕ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਵੀ ਫਾਰਵਰਡ ਬਲੌਕ ਕਿਹਨੇ ਫਾਰਮ ਕੀਤਾ ਸੀਗਾ, ਕਈ ਵਾਰੀ ਕੁਐਸਚਨ ਪੁੱਛਿਆ ਗਿਆ, ਤਾਂ ਇਹਦਾ ਆਨਸਰ ਆ ਜਾਊਗਾ ਸੁਭਾਸ਼ ਚੰਦਰ ਬੋਸ ਨੇ ਫਾਊਂਡੇਸ਼ਨ ਰੱਖੀ ਸੀਗੀ ਫਾਰਵਰਡ ਬਲੌਕ ਦੀ। ਹੁਣ ਆਪਾਂ ਥੋੜੀ ਜਿਹੀ ਐਕਸਪਲੇਨੇਸ਼ਨ ਪੜ੍ਹ ਲੈਂਦੇ ਆ। All India Forward Bloc is a left-wing nationalist political party in India. It emerged as the fraction in the Indian National Congress in 1939, led by the Subhash Chandra Bose. एक कोई कांग्रेस तो अड पार्ट नहीं सीगा, कांग्रेस ਦੇ ਵਿੱਚ ਇੱਕ ਬਲਾਕ ਫਾਊਂਡ ਕੀਤਾ ਗਿਆ ਸੀਗਾ ਜੋ ਫਾਊਂਡ ਕੀਤਾ ਸੀਗਾ ਸੁਭਾਸ਼ ਚੰਦਰ ਬੋਸ ਨੇ। ਕਦੋਂ ਕੀਤਾ ਸੀ? 1939 ਦੇ ਵਿੱਚ। ਇਹਦਾ ਮੇਨ ਏਮ ਕੀ ਸੀਗਾ ਵੀ ਜਿਹੜੀ ਕਾਂਗਰਸ ਦੀ ਆਈਡੀਓਲੋਜੀ ਹੈ ਉਹਨੂੰ ਲੈਫਟ ਵੱਲ ਮੂਵ ਕਰਨਾ ਜਾਂ ਕਹਿ ਸਕਦੇ ਹਾਂ ਸੋਸ਼ਲਿਜ਼ਮ ਵੱਲ ਮੂਵ ਕਰਾਉਣਾ, ਇਹੀ ਸੀਗਾ ਇਹਦਾ ਮੋਟਿਵ। ਲੈਫਟਿਸਟ ਦਾ ਮਤਲਬ ਇਹੀ ਹੁੰਦਾ ਸੋਸ਼ਲਿਜ਼ਮ ਦੇ ਵੱਲ ਮੂਵ ਕਰਨਾ। ਤਾਂ ਇਹ ਸੀਗੀ ਫਾਰਵਰਡ ਬਲੌਕ ਬਾਰੇ ਗੱਲਾਂ। ਹੁਣ ਮੈਂ ਤੁਹਾਨੂੰ ਦੱਸਣਾ ਵੀ ਆਜ਼ਾਦ ਹਿੰਦ ਫੌਜ, ਇਹ ਵੀ ਜਿਹੜੇ ਆਪਣੇ ਸੁਭਾਸ਼ ਚੰਦਰ ਬੋਸ ਹੈ ਉਹਨਾਂ ਨੇ ਹੀ ਫਾਰਮ ਕੀਤੀ ਸੀਗੀ। ਇਹ ਫਾਰਮ ਕੀਤੀ ਸੀ 1943 ਦੇ ਵਿੱਚ। ਪਰ ਜਿਹੜੀ INA ਹੈ ਜਾਂ ਕਹਿ ਸਕਦੇ ਆ ਇੰਡੀਅਨ ਨੈਸ਼ਨਲ ਆਰਮੀ ਹੈ, ਉਹ ਕਦੋਂ ਫਾਰਮ ਹੋਈ ਸੀਗੀ ਤੇ ਉਹ ਕਿਹਨੇ ਕੀਤੀ ਸੀਗੀ? ਜਿਹੜੀ ਇੰਡੀਅਨ ਨੈਸ਼ਨਲ ਆਰਮੀ ਹੈ ਉਹ ਫਾਰਮ ਕੀਤੀ ਸੀਗੀ ਮੋਹਨ ਸਿੰਘ ਨੇ। ਬਹੁਤ ਇੰਪੋਰਟੈਂਟ ਹੈ, ਇੰਡੀਅਨ ਨੈਸ਼ਨਲ ਆਰਮੀ ਕਿਹਨੇ ਫਾਰਮ ਕੀਤੀ ਸੀ? ਮੋਹਨ ਸਿੰਘ ਨੇ। ਬਾਅਦ 'ਚ ਉਹਦਾ ਜਿਹੜਾ ਸੈਕਿੰਡ ਫੇਜ਼ ਸੀਗਾ ਜਦੋਂ ਉਹਨੂੰ ਰਿਫਾਰਮ ਕੀਤਾ ਗਿਆ ਤਾਂ ਉਹ ਰਿਫਾਰਮ ਕਿਹਨੇ ਕੀਤਾ? ਸੁਭਾਸ਼ ਚੰਦਰ ਬੋਸ ਨੇ। ਸੋ ਆਪਾਂ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ। ਫਾਰਵਰਡ ਬਲੌਕ 1939, ਸੁਭਾਸ਼ ਚੰਦਰ ਬੋਸ, ਆਜ਼ਾਦ ਹਿੰਦ ਫੌਜ, ਸੁਭਾਸ਼ ਚੰਦਰ ਬੋਸ, ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਾਂਗੇ। 1939 ਦੇ ਵਿੱਚ ਜਿਹੜਾ ਸੈਸ਼ਨ ਹੋਇਆ ਸੀਗਾ ਉਹਦਾ ਨਾਮ ਸੀਗਾ ਤ੍ਰਿਪੁਰਾ ਸੈਸ਼ਨ। ਉਹਨੂੰ ਪਹਿਲਾਂ ਸੁਭਾਸ਼ ਚੰਦਰ ਬੋਸ ਹੈਡ ਕਰ ਰਹੇ ਸੀਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਰੈਜ਼ਿਗਨੇਸ਼ਨ ਦੇਤਾ ਤਾਂ ਉਦੋਂ ਮਹਾਤਮਾ ਗਾਂਧੀ ਦਾ ਜਿਹੜਾ ਰਿਪਰੈਜ਼ੈਂਟੇਟਿਵ ਸੀਗਾ ਉਹਦਾ ਨਾਮ ਸੀਗਾ ਸੀਤਾਰਾਮਾ। ਸੋ ਉਹਨਾਂ ਨੇ ਬਾਅਦ 'ਚ ਹੈਡ ਕੀਤਾ ਸੀਗਾ 1939 ਦਾ ਸੈਸ਼ਨ। ਬਹੁਤ ਇੰਪੋਰਟੈਂਟ ਸੈਸ਼ਨ ਸੀਗਾ 1939 ਦਾ ਤ੍ਰਿਪੁਰਾ ਸੈਸ਼ਨ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਦ ਨੇਮ ਬਾਈ ਵਿਚ ਅਸ਼ੋਕਾ ਇਜ਼ ਜਨਰਲੀ ਰੈਫਰ ਟੂ ਹਿਸ ਇਨਸਕ੍ਰਿਪਸ਼ਨ ਇਜ਼। ਅਸ਼ੋਕਾ ਦੀ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ, ਕੁਛ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ ਉਹ ਅਸ਼ੋਕਾ ਦੇ ਨਾਮ ਦੀਆਂ ਸੀਗੀਆਂ, ਬਾਕੀ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ ਉਹ ਅਸ਼ੋਕਾ ਦੇ ਨਾਮ ਦੀਆਂ ਨਹੀਂ ਸੀਗੀਆਂ। ਸੋ ਜਿਹੜੀਆਂ ਅਸ਼ੋਕਾ ਦੇ ਨਾਮ ਦੀਆਂ ਇਨਸਕ੍ਰਿਪਸ਼ਨ ਸੀਗੀਆਂ ਜਾਂ ਕਹਿ ਸਕਦੇ ਆ ਇਨਸਕ੍ਰਿਪਸ਼ਨਸ ਸੀਗੀਆਂ, ਤਾਂ ਉਹਦੇ ਥੱਲੇ ਨਾਮ ਕੀ ਲਿਖਿਆ ਹੋਇਆ ਸੀਗਾ? ਅਸ਼ੋਕਾ ਕਿਤੇ ਵੀ ਨਾਮ ਨਹੀਂ ਲਿਖਿਆ ਹੋਇਆ ਸੀਗਾ, ਇੱਕ ਪ੍ਰੋਪਰ ਨਾਮ ਲਿਖਿਆ ਹੋਇਆ ਸੀਗਾ। ਇਹ ਕਈ ਵਾਰੀ ਕੁਐਸਚਨ ਪੁੱਛਿਆ ਗਿਆ। ਬਿਹਾਰ ਦਾ ਜਿਹੜਾ PCS ਹੈ ਬਹੁਤ ਹੀ ਇੱਕ ਹਾਇਰ ਲੈਵਲ ਦਾ ਐਗਜ਼ਾਮ ਕਹਿ ਸਕਦੇ ਆ। ਬਿਹਾਰ ਦਾ PCS ਹੋਇਆ ਸੀਗਾ 2019 ਦੇ ਵਿੱਚ, ਉਹਦੇ ਵਿੱਚ ਆ ਕੁਐਸਚਨ ਪੁੱਛਿਆ ਗਿਆ ਸੀਗਾ। ਸੇਮ ਹੀ ਕੁਐਸਚਨ ਪੁੱਛਿਆ ਗਿਆ ਸੀਗਾ ਤੇ ਇਹਨੂੰ UPSC ਨੇ ਵੀ ਪੁੱਛਿਆ ਸੀਗਾ। ਸੋ ਆਪਾਂ ਪੜ੍ਹਦੇ ਹਾਂ ਵੀ ਜਿਹੜੀਆਂ ਅਸ਼ੋਕਾ ਦੀਆਂ ਇਨਸਕ੍ਰਿਪਸ਼ਨ ਸੀਗੀਆਂ
ਜਾਂ ਅਸ਼ੋਕਾ ਦੇ ਨਾਮ ਤੇ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ ਉਹਨਾਂ ਨੂੰ ਕੀ ਲਿਖਿਆ ਗਿਆ ਸੀਗਾ, ਵੀ ਕੀ ਕਹਿੰਦੇ ਸੀ ਉਹਨਾਂ ਨੂੰ ਥੱਲੇ ਆਪਾਂ ਆਪਸ਼ਨਸ ਦਿੱਤੇ ਹੋਏ। ਚੱਕਰਵਰਤੀ ਕਹਿੰਦੇ ਸੀਗੇ, ਧਰਮਕੀਰਤੀ ਕਹਿੰਦੇ ਸੀਗੇ, ਧਰਮਾਦੇਵਾ ਕਹਿੰਦੇ ਸੀਗੇ ਜਾਂ ਪ੍ਰਿਯਦਰਸ਼ੀ ਕਹਿੰਦੇ ਸੀਗੇ। ਜੋ ਅੱਜ ਆਨਸਰ ਹੋ ਜਾਊਗਾ ਪ੍ਰਿਯਦਰਸ਼ੀ ਕਹਿੰਦੇ ਸੀਗਾ ਜਿਹੜੀਆਂ ਅਸ਼ੋਕਾ ਦੀਆਂ ਇਨਸਕ੍ਰਿਪਸ਼ਨ ਹੁੰਦੀਆਂ ਸੀਗੀਆਂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਮੈਨੂੰ ਲੱਗਦਾ ਇਹ PPSC ਨੇ ਵੀ ਕੁਐਸਚਨ ਪੁੱਛਿਆ ਹੋਇਆ। ਅਸ਼ੋਕਾ ਦੀ ਇਨਸਕ੍ਰਿਪਸ਼ਨ ਨੂੰ ਕੀ ਕਹਿੰਦੇ ਸੀ? ਪ੍ਰਿਯਦਰਸ਼ੀ। ਆਪਾਂ ਥੋੜਾ ਜਿਹਾ ਪੜ੍ਹ ਵੀ ਲੈਂਦੇ ਹਾਂ। In the inscription found in the Musky village in Raichur district of Karnataka, Ashoka name was found with the titles like Deva Priya and the Priyadarshi। दो नाम सीगे, एक तो देवा प्रिया, एक प्रियदर्शी। बहुत ही इंपॉर्टेंट नाम है, थोनों ये सारियां गल्लां ध्यान दे विच रखनी है तां ही अगे आपां एग्जाम क्लीयर करांगे। It was then certain the Deva Priyadarshi was none other than the Ashoka। अशोका ਦਾ ਜਿਹੜਾ ਨਾਮ ਸੀਗਾ ਮੈਂਸ਼ਨ ਨਹੀਂ ਕੀਤਾ ਗਿਆ ਸੀਗਾ, ਦੋ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਸੀਗੀਆਂ, एक सीगी प्रियदर्शी, दूजी सीगी देवा नामा प्रिया। हाँ जी, नैक्सट क्वेश्चन है अष्टप्रधाना वाज ए काउंसल ऑफ मिनिस्टर। एक काउंसल हुंदी सीगी अष्टप्रधाना नाम दी। एक केड़ा जिहड़ा साम्राज्य सीगा उहनूं कहा जांदा सीगा अष्टप्रधाना काउंसल, या कह सकते हैं अष्टप्रधाना मंत्रीमंडल। सो ऑप्शन दिते हुए आपां नूं गुप्ता कहंदे सी, गुप्ता दे जिहड़े एडमिनिस्ट्रेशन सीगे वो कहंदे हुंदे सी अष्टप्रधाना, या चोला वाले कहंदे हुंदे सी, या विजयनगर एडमिनिस्ट्रेशन वाले कहंदे हुंदे सी, या मराठा वाले कहंदे सी। तो ਜਿਹੜੇ ਅਸ਼ਟਪ੍ਰਧਾਨਾ ਸੀਗੇ ਉਹ ਮਰਾਠਾ ਕਿੰਗਡਮ ਦੇ ਵਿੱਚ ਪਾਏ ਜਾਂਦੇ ਸੀ, ਜਾਂ ਕਹਿ ਸਕਦੇ ਆ ਮਰਾਠਾ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਸੀਗਾ ਉਹਦੇ ਵਿੱਚ ਪਾਏ ਜਾਂਦੇ ਸੀਗੇ ਅਸ਼ਟਪ੍ਰਧਾਨਾਸ। ਸੋ ਆਪਾਂ ਥੋੜਾ ਜਿਹਾ ਪੜ੍ਹਦੇ ਹਾਂ। ਅਸ਼ਟਪ੍ਰਧਾਨਾ ਵਾਜ਼ ਏ ਕਾਉਂਸਲ ਆਫ ਦਾ 8 ਮਿਨਿਸਟਰ। 8 ਮਿਨਿਸਟਰਾਂ ਦੀ ਇੱਕ ਕਾਉਂਸਲ ਹੁੰਦੀ ਸੀਗੀ ਅਸ਼ਟਪ੍ਰਧਾਨਾ, ਕਨਸਟੀਟਿਊਟਡ ਬਾय ਦ शिवाजी इन ਮਰਾਠਾ। ਇੱਕ ਬਣਾਈ ਕਿਹਦੇ ਦੁਆਰਾ ਗਈ ਸੀ? शिवाजी ਦੁਆਰਾ ਬਣਾਈ ਗਈ ਸੀਗੀ। ਇਟ ਕੰਪੋਜ਼ਡ ਆਫ ਦ पंतप्रधान और पेशवा, अमात्य, सचिव मंत्री, सेनापति, सुमंत, न्यायाधीश, पंडित राव। ਇਹਦੇ ਵਿੱਚ ਆ ਸਾਰੇ ਜਣੇ ਹੁੰਦੇ ਸੀਗੇ। ਮੈਂ ਥੋੜਾ ਜਿਹਾ ਇਹਨਾਂ ਦਾ ਥੋੜਾ ਜਿਹਾ ਬਰੀਫ ਵੀ ਦੇ ਦੇਣਾ। ਜਿਵੇਂ ਪੇਸ਼ਵਾ ਹੁੰਦਾ ਸੀਗਾ ਉਹ ਮੰਤਰੀ ਹੁੰਦਾ ਸੀ, ਪ੍ਰਾਈਮ ਮਿਨਿਸਟਰ ਹੁੰਦਾ ਸੀਗਾ। ਜਿਹੜਾ ਅਮਾਤਿਆ ਹੁੰਦਾ ਸੀ ਫਾਈਨੈਂਸ ਮਿਨਿਸਟਰ ਹੁੰਦਾ ਸੀਗਾ। ਜਿਹੜਾ ਸਚਿਵ ਮੰਤਰੀ ਹੁੰਦਾ ਸੀ ਫੋਰਨ ਮਿਨਿਸਟਰ ਹੁੰਦਾ ਸੀਗਾ। ਸੈਨਾਪਤੀ ਤੁਹਾਨੂੰ ਪਤਾ ਜਿਹੜੀ ਮਿਲਟਰੀ ਦਾ ਹੈੱਡ ਹੁੰਦਾ ਸੀਗਾ। ਨਿਆਇਧੀਸ਼ ਹੁੰਦਾ ਸੀਗਾ ਜਿਹੜਾ ਆਪਣਾ ਨਿਆਂ ਕਰਦਾ ਹੁੰਦਾ ਸੀਗਾ, ਜਾਂ ਕਹਿ ਸਕਦੇ ਹਾਂ ਜੱਜ ਉਸ ਟਾਈਮ ਦਾ। ਪੰਡਿਤ ਰਾਓ ਜਿਹੜਾ ਉਹਨਾਂ ਦੇ ਰੂਲ ਲਿਖਦਾ ਸੀਗਾ। ਪੰਡਿਤ ਰਾਓ ਜਿਹੜੇ ਉਹਨਾਂ ਦੇ ਰਿਚੁਅਲ ਸੰਭਾਲਦਾ ਸੀ, ਰੂਲ ਲਿਖਦਾ ਸੀਗਾ। ਇਹ ਸਾਰੇ ਸੀਗੇ ਅਸ਼ਟਪ੍ਰਧਾਨਾਸ। ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਹੁਣ। ਸੋ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦ ਨੈਸ਼ਨਲ ਐਕੁਐਟਿਕ ਐਨੀਮਲ ਆਫ ਇੰਡੀਆ। ਇਹ UPSC ਦਾ ਪੁੱਛਿਆ ਹੋਇਆ ਕੁਐਸਚਨ ਹੈ। ਥੋੜ੍ਹੀਆਂ ਜਿਹੀਆਂ ਹੋਰ ਵੀ ਗੱਲਾਂ ਇਸ ਦੇ ਵਿੱਚ ਡਿਵੈਲਪਮੈਂਟ ਹੋਈਆਂ ਤਾਂ ਇਸ ਕਰਕੇ ਕੁਐਸਚਨ ਆਪਾਂ ਇਸ ਸੀਰੀਜ਼ ਦੇ ਵਿੱਚ ਪਾਇਆ। ਸੋ ਕਿਹੜਾ ਇਹਨਾਂ ਐਨੀਮਲ 'ਚੋਂ ਹੈ ਵੀ ਜਿਹੜਾ ਨੈਸ਼ਨਲ ਐਕੁਐਟਿਕ ਐਨੀਮਲ ਆਫ ਇੰਡੀਆ ਹੈ? सो पहला ऑप्शन है साल्ट वाटर क्रोकोडाइल, गंगेटिक डॉल्फिन। नेक्स्ट ऑप्शन है ऑलिव रिडले टर्टल। नेक्स्ट है घड़ियाल। सो अपना ऑप्शन बन जूगा, अपना आंसर बन जूगा गंगेटिक डॉल्फिन है जिहड़ी अपनी की नैशनल एक्वैटिक एनीमल है। मैं थोड़ा थोड़ा ब्रीफ देना चाहूँगा भी नैशनल जिहड़ी एक्वैटिक डॉल्फिन है, या कह सकते गंगेटिक डॉल्फिन है, वो पाई जाती गंगा रिवर दे विच। थोड़ी जी की नाम है हुगली दे विच पाई जाती है, जिहड़ी गंगा की ट्रिब्यूटरी है। ये मेनली गंगा रिवर दे पाई जाती है। जिहड़ी इंडस रिवर डॉल्फिन है पंजाब ने अपना जिहड़ा स्टेट एनीमल बना लिया, स्टेट एक्वैटिक एनीमल बनाया हुणे इंडस डॉल्फिन नूं पंजाब ने। सो सारी गल्लां आपां ध्यान दे विच रखनी है। डॉल्फिन एक मैमल है, ये भी गल तुसीं ध्यान च रखनी है। किहड़ी अपनी नैशनल एक्वैटिक एनीमल कौन है? गंगेटिक डॉल्फिन। पंजाब की जिहड़ी स्टेट एक्वैटिक एनीमल कौन है? इंडस रिवर डॉल्फिन। सो सारियां गल्लां आपां ध्यान दे विच रखांगे। सो आपां अगे पढ़दे हां थोड़ा जिहा। इन द इंटरिम गवर्नमेंट फॉर्मड इन 1946 द वाइस प्रेजिडेंट ऑफ द एग्जीक्यूटिव काउंसल वास। जिहड़ी अपनी इंटरिम गवर्नमेंट बनाई गई सी 1946 ਦੇ ਵਿੱਚ, ਤਾਂ ਉਹਦਾ ਵਾइस प्रेजिडेंट कौन ਸੀਗਾ? ਤਾਂ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ, ਜਵਾਹਰ ਲਾਲ ਨਹਿਰੂ, डॉक्टर एस राधाकृष्ण, डॉक्टर सी राजागोपालाचार्य, डॉक्टर राजेंद्र प्रसाद। सो अपना ऑप्शन बनता है जवाहर लाल नेहरू। ਜਿਹੜੇ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਤੇ ਉਹ ਸੀਗੇ ਜਿਹੜੇ ਗਵਰਨਰ ਜਨਰਲ ਸੀਗੇ ਉਸ ਟਾਈਮ ਤੇ, ਉਹੀ ਪ੍ਰੈਜ਼ੀਡੈਂਟ ਸੀਗੇ ਇੰਟਰਿਮ ਗਵਰਨਮੈਂਟ ਦੇ। ਹਾਂਜੀ, ਆਪਣਾ ਆਨਸਰ ਕੀ ਬਣ ਜਾਊਗਾ? ਜਵਾਹਰ ਲਾਲ ਨਹਿਰੂ ਵਾਈਸ ਪ੍ਰੈਜ਼ੀਡੈਂਟ ਆਫ ਦਾ ਐਗਜ਼ੀਕਿਊਟਿਵ ਕਾਊਂਸਲ। ਐਗਜ਼ੀਕਿਊਟਿਵ ਕਾਊਂਸਲ ਬਾਰੇ ਕੁਝ ਗੱਲਾਂ ਦੱਸਣਾ ਚਾਹੁੰਦਾ। ਜਿਵੇਂ ਹੁਣ ਦੀ ਆਪਣੀ ਕੈਬਨਿਟ ਹੈ, ਉਸ ਟਾਈਮ ਤੇ ਐਗਜ਼ੀਕਿਊਟਿਵ ਕਾਊਂਸਲ ਹੁੰਦੀ ਸੀਗੀ। ਤਾਂ ਉਹਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਸ ਬਣੇ ਸੀਗੇ ਉਹ ਬਣੇ ਸੀ ਜਵਾਹਰ ਲਾਲ ਨਹਿਰੂ। ਜਿਹੜੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਬਣੇ ਸੀਗੇ ਉਹ ਉਸ ਟਾਈਮ ਦੇ ਗਵਰਨਰ ਜਨਰਲ ਬਣੇ ਸੀਗੇ, ਉਹ ਸੀਗੇ ਲॉर्ड वेवल। लॉर्ड वेवल ਇਸ ਜਿਹੜੀ ਇੰਟਰਿਮ ਗਵਰਨਮੈਂਟ ਦੇ ਪ੍ਰੈਜ਼ੀਡੈਂਟ ਸੀਗੇ, ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਹ ਕੌਣ ਸੀਗੇ? ਜਵਾਹਰ ਲਾਲ ਨਹਿਰੂ। ਸੋ ਜਿਹੜੀ ਇੰਟਰਿਮ ਗਵਰਨਮੈਂਟ ਬਣੀ ਸੀ ਉਹ ਕਿਹੜੇ ਪਲਾਨ ਦੇ ਦੌਰਾਨ ਬਣੀ ਸੀ? ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਕਾਪੀ ਦੇ ਵਿੱਚ ਲਿਖ ਲਓ ਵੀ ਇੰਟਰਿਮ ਗਵਰਨਮੈਂਟ ਜਿਹੜੀ ਬਣੀ ਸੀ ਕਿਹੜੇ ਪਲਾਨ ਦੇ ਦੌਰਾਨ ਬਣੀ ਸੀ? ਉਹ ਬਣੀ ਸੀ ਕੈਬਨਿਟ ਮਿਸ਼ਨ ਦੇ ਦੌਰਾਨ ਬਣੀ ਸੀਗੀ
ਇਹ ਤੁਸੀਂ ਗੱਲਾਂ ਯਾਦ ਰੱਖਣੀਆਂ, ਭੁੱਲਣੀਆਂ ਨਹੀਂ ਹੈ। ਜਿਹੜਾ 3 ਬੰਦਿਆਂ ਦਾ ਕੈਬਨਿਟ ਮਿਸ਼ਨ ਸੀਗਾ, ਕਿਹੜੇ 3 ਬੰਦੇ ਸੀ ਜਿਹੜੇ ਕੈਬਨਿਟ ਮਿਸ਼ਨ ਦੇ ਹੈੱਡ ਸੀਗੇ? ਇੱਕ ਸੀਗਾ ਪੈਟਰਿਕ ਲਾਰੈਂਸ, ਇੱਕ ਸੀਗਾ ਅਲੈਗਜ਼ੈਂਡਰ, ਇੱਕ ਸੀਗਾ ਕ੍ਰਿਪਸ। ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਹੋਪਫੁਲੀ ਜਿਹੜੀ ਅਸੀਂ ਨੌਲੇਜ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਲਈ ਰੈਲੇਵੈਂਟ ਹੈ ਤੇ ਤੁਹਾਨੂੰ ਅੱਗੇ ਬਹੁਤ ਹੀ ਕੰਮ ਆਉਣ ਵਾਲੀ ਹੈ। ਕਿਤੇ ਨਾ ਕਿਤੇ ਜਿੰਨੇ ਵੀ ਤੁਹਾਨੂੰ ਕੁਐਸਚਨ ਕਰਵਾ ਰਹੇ ਹਾਂ ਜਾਂ ਕੈਬਨਿਟ ਮਿਸ਼ਨ ਪਲਾਨ ਕਰਵਾਇਆ, ਉਹਨਾਂ ਨੂੰ ਹੈੱਡ ਕੌਣ ਕਰ ਰਹੇ ਸੀ, ਕਿਤੇ ਨਾ ਕਿਤੇ ਤੁਹਾਨੂੰ ਪੁੱਛੇ ਜਾ ਸਕਦੇ ਐਗਜ਼ਾਮ ਦੇ ਵਿੱਚ। ਹੁਣ ਆਪਾਂ ਫਿਰ ਰਿਪੀਟ ਕਰਦੇ ਹਾਂ, ਇੰਟਰਿਮ ਗਵਰਨਮੈਂਟ ਹੈ ਕਿਹੜੇ ਪਲਾਨ ਦੇ ਦੌਰਾਨ ਆਈ ਸੀਗੀ? ਉਹ ਆਈ ਸੀ ਕੈਬਨਿਟ ਮਿਸ਼ਨ ਪਲਾਨ ਦੇ ਦੌਰਾਨ। ਕਦੋਂ ਆਇਆ ਸੀ ਕੈਬਨਿਟ ਮਿਸ਼ਨ ਪਲਾਨ? 1946 ਦੇ ਵਿੱਚ। ਕੈਬਨਿਟ ਮਿਸ਼ਨ ਪਲਾਨ ਨੂੰ ਹੈੱਡ ਕਿਹਨੇ ਕੀਤਾ ਸੀਗਾ? ਪੈਟਰਿਕ ਲਾਰੈਂਸ, ਦੂਜਾ ਅਲੈਗਜ਼ੈਂਡਰ, ਤੀਜਾ ਕ੍ਰਿਪਸ। ਇਹ ਸਾਰੀਆਂ ਗੱਲਾਂ ਤੁਸੀਂ ਹੋਪਫੁਲੀ ਯਾਦ ਰੱਖੋਗੇ। ਜਿਹੜੇ ਹੋਰ ਕਿਹੜੇ ਮੈਂਬਰ ਸੀਗੇ ਇੰਟਰਿਮ ਗਵਰਨਮੈਂਟ ਦੇ, ਜਿਵੇਂ ਮੇਜਰ ਮੈਂਬਰ ਹੈ ਬਲਦੇਵ ਸਿੰਘ ਸੀਗੇ, ਸਰਦਾਰ ਵੱਲਭ ਭਾਈ ਪਟੇਲ ਸੀਗੇ। ਇਹਨਾਂ ਦੇ ਜਿਹੜੇ ਪੋਰਟਫੋਲੀਓਜ਼ ਹੈ ਆਪਾਂ ਨੂੰ ਪੜ੍ਹਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਬਲਦੇਵ ਸਿੰਘ ਕੋਲੋਂ ਡਿਫੈਂਸ ਦਾ ਪੋਰਟਫੋਲੀਓ ਸੀਗਾ, ਸਰਦਾਰ ਵੱਲਭ ਭਾਈ ਪਟੇਲ ਕੋਲੋਂ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦਾ ਸੀਗਾ। ਸੋ ਇਸੇ ਤਰ੍ਹਾਂ ਆਪਾਂ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਸੋ ਨਾਓ ਵੀ ਆਰ ਐਂਡਿੰਗ ਦਿਸ ਲੈਕਚਰ। ਅਗਰ ਤੁਹਾਨੂੰ ਇਹ ਸਾਡੀ ਸੀਰੀਜ਼ ਵਧੀਆ ਲੱਗ ਰਹੀ ਹੋਵੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ। ਤੇ ਬਾਕੀ ਸਾਡੀ ਤੁਸੀਂ ਜਿਹੜੀ ਐਪ ਹੈ CBC ਐਗਜ਼ਾਮ ਗੁਰੂ ਐਪ, ਉਹਨੂੰ ਡਾਊਨਲੋਡ ਕਰੋ ਸਾਡੇ ਪੇਡ ਕੋਰਸਿਸ ਨੂੰ ਜੁਆਇਨ ਕਰਨ ਵਾਸਤੇ। ਜਿਹੜੇ ਸਾਡੇ ਪੇਡ ਕੋਰਸਿਸ ਹੈ ਬਹੁਤ ਹੀ ਨੋਮੀਨਲ ਫੀਸ ਅਸੀਂ ਚਾਰਜ ਕਰ ਰਹੇ ਹਾਂ। ਉਤੋਂ ਅਸੀਂ ਇੱਕ ਟੈਸਟ ਸੀਰੀਜ਼ ਵੀ ਲਾਂਚ ਕੀਤੀ ਹੈ PCS 2020 ਲਈ। ਬਹੁਤ ਹੀ ਇੰਪੋਰਟੈਂਟ ਕੁਐਸਚਨ ਜਿਵੇਂ ਆਪਾਂ ਹੁਣ ਕਰਵਾ ਰਹੇ ਹਾਂ, ਇਸੇ ਤਰ੍ਹਾਂ ਹੀ ਕੁਐਸਚਨ ਹੋਣਗੇ। ਬਹੁਤ ਹੀ ਕੁਆਲਿਟੀ ਵਾਈਜ਼ ਕੰਟੈਂਟ ਪ੍ਰੋਵਾਈਡ ਕੀਤਾ ਜਾਊਗਾ ਤੁਹਾਨੂੰ। ਜਿਹੜੀ ਸਾਡੀ ਟੈਸਟ ਸੀਰੀਜ਼ ਦੀ ਚਾਰਜਿਸ ਹੈ ਉਹ 996 ਹੈ। ਸੋ ਤੁਸੀਂ ਉਹਨੂੰ ਜਾ ਕੇ ਜੁਆਇਨ ਕਰੋ। ਮਿਲਦੇ ਹਾਂ ਟੈਸਟ ਸੀਰੀਜ਼ ਦੇ ਵਿੱਚ। ਬੈਸਟ ਆਫ ਲੱਕ। ਥੈਂਕ ਯੂ।